ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ। ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੇ ਜਮ ਕੀ ਫੰਦਾ, ਸਮਰੱਥ ਪੁਰਖ ਪੂਰਨ ਵਿਧਾਤੇ। ਆਪੇ ਕਰਨੈ ਹਾਰਾ, ਆਪਣਾ ਦਾਸ ਆਪ ਉਬਾਰਿਆ। ਨਾਨਕ ਨਾਮ ਆਧਾਰਾ, ਸੋ ਕਹੋ ਟਲ ਗੁਰ ਸੇਵੀਐ। ਐਹਨਿਸ ਸਹਿਜ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਹੋਵੈ ਸਿਫਤ ਖੁਸਾਮਦੀ। ਨੂਰ ਅਰਸਹ ਕੁਰਸਹ ਤੋਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ। ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੇ। ਭਾਂਡਾ ਆਤਮਲੀਣਾ, ਧੋਤਾ ਹੱਛਾ ਨਾ ਹੋਏ ਸੇ। ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੇ। ਭਾਂਡਾ ਆਤਮਲੀਣਾ, ਧੋਤਾ ਹੱਛਾ ਨਾ ਹੋਏ ਸੇ। ਗੁਰਦੁਆਰੇ ਹੋਏ ਸੋਝੇ ਪਾਏ ਸੇ। ਏਤ ਦੁਆਰੇ ਧੋਏ
ਹਸ਼ਾ ਹੋਏ ਸੇ। मैले हशे का विचार आप वर्ताए से। मत को जाने जाए अगे पाए से। जेह कर्म कमाए तेहा होए से। अमृत हर का नाम आप वर्ताए से। चलिया पत स्यों जन्म सवार वाजा वाए से। मानस क्या विचारा तेह लोक सुनाए से। नानक आप निहाल सब कुल तार से। मानस क्या विचारा तेह लोक सुनाए से। नानक आप निहाल सब कुल तार से। वाहिगुरु जी का खालसा वाहिगुरु जी की फतेह। सतनाम वाहिगुरु साहिब जी। मूक उच रहे शास्त्र खाट पेंग गिरन चढ़ जाए। अंध लखै बदराव सुनै जो काल कृपा कराए। अंध लखै बदराव सुनै जो काल कृपा कराए। सतनाम वाहिगुरु साहिब जी। कबीर माटी के हम पुतरे मानस राखियो नाओ। चार दिवस के पाहुने बड़ बड़ रुंद हेठाओ। कबीर माटी के हम पुतरे मानस राखियो नाओ। चार दिवस के पाहुने बड़ बड़ रुंद हेठाओ। कबीर मेहंदी कर घालिया आप पिसाए पिसाए। तै सह बात न पुछिए कबहू न लाई पाए।
ਕਬੀਰ ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਇ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਕਬੀਰ ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਇ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ, ਜੋ ਕਿ ਆਪ ਜੀਆਂ ਨੇ ਹੁਣ ਤੱਕ 63 ਸ਼ਲੋਕ ਸਰਵਣ ਕਰ ਲਏ ਹਨ, ਤਿਨਾਂ ਦੀ ਵਿਚਾਰ ਸਰਵਣ ਕੀਤੀ ਹੈ। ਅੱਜ ਦੇ ਜੋ ਬੋਲ ਬਾਬਾ ਕਬੀਰ ਸਾਹਿਬ ਜੀਆਂ ਨੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਉਹ ਸੰਸਾਰ ਦਾ ਇੱਕ ਅਟਲ ਸਚਾਈ ਨੂੰ ਬਿਆਨ ਕਰਨ ਵਾਲੇ ਨੇ। ਬਾਬਾ ਕਬੀਰ ਸਾਹਿਬ ਜੀਆਂ ਨੇ ਇਸ ਸਰੀਰ ਨੂੰ ਪੁਤਲੇ ਦੀ ਨਿਆਈ ਦੱਸਿਆ ਹੈ, ਤੇ ਉਹ ਪੁਤਲਾ ਮਿੱਟੀ ਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾਉ। ਹੁਣ ਸਾਡਾ ਸਰੀਰ ਜਿਹੜਾ ਏ ਇਹ ਹੱਡੀਆਂ ਦਾ ਏ, ਮਾਸ ਦਾ ਏ, ਲਹੂ ਦਾ ਏ, ਚਮੜੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਮਾਟੀ ਕੇ ਹਮ ਪੂਤਰੇ। ਪੂਤਰੇ ਦਾ ਅਰਥ ਹੈ ਪੁਤਲੇ। ਤੁਸੀਂ ਕੋਈ ਵੀ ਮੂਰਤੀ ਵੇਖੀ, ਉਹ ਮੂਰਤੀ ਨੂੰ ਤਿਆਰ ਕੀਤਾ ਜਾਂਦਾ ਹੈ ਚੂਨੇ ਦੇ ਨਾਲ। ਇੱਕ ਪਾਊਡਰ ਹੈ, ਪਾਊਡਰ ਨੂੰ ਗਿੱਲਾ ਕਰਕੇ ਉਹ ਮੂਰਤੀ ਫੇਰ ਘੜੀ ਜਾਂਦੀ ਹੈ। ਜਾਂ ਜ਼ਿਆਦਾਤਰ ਮੂਰਤੀਆਂ ਉਹ ਹੁੰਦੀਆਂ ਨੇ ਜਿਹੜੇ ਪੱਥਰ ਤੋਂ ਤਰਾਸ਼ੀਆਂ ਜਾਂਦੀਆਂ ਨੇ। ਤੁਸੀਂ ਆਮ ਰੇਲਾਂ ਦੇ ਵਿੱਚ ਸਫ਼ਰ ਕਰਦੇ ਹੋ, ਕੁਝ ਪਟੜੀਆਂ ਐਸੀਆਂ ਵੀ ਨੇ ਜੋ ਪਹਾੜਾਂ ਦੇ ਵਿੱਚੋਂ ਦੀ ਲੰਘਦੇ ਹੋਏ ਰੇਲ ਅੱਗੇ ਜਾਂਦੀ ਹੈ। ਉਹਨੂੰ ਅਸੀਂ ਨਾਂ ਦੇ ਦਿੱਤਾ ਜੀ ਇਹ ਇੱਕ ਗੁਫਾ ਹੈ, ਪਰ ਅਸਲ ਦੇ ਵਿੱਚ ਹੈ ਉਹ ਕਿਸੇ ਸਮੇਂ ਪੱਥਰ ਸੀ, ਪਹਾੜ, ਮਿੱਟੀ। ਉਸ ਮਿੱਟੀ ਦੇ ਵਿੱਚ ਪੱਥਰ ਵੀ ਰਲੇ ਹੋਣਗੇ। ਉਹਨਾਂ ਪਹਾੜਾਂ ਦੇ ਵਿੱਚ ਇਕੱਲੇ ਇਹ ਨਹੀਂ ਕਿ ਮਿੱਟੀ ਹੋਵੇਗੀ, ਪਹਾੜਾਂ 'ਤੇ ਆਪਾਂ ਜਦੋਂ ਦੇਖਦੇ ਹਾਂ ਉੱਥੇ ਦਰਖਤ ਵੀ ਹੁੰਦੇ ਨੇ, ਪੱਥਰ ਵੀ ਹੁੰਦੇ ਨੇ, ਮਿੱਟੀ ਵੀ ਹੁੰਦੀ ਹੈ। ਪਰ ਕਹਿੰਦੇ ਘਾੜਤ ਘੜਨ ਵਾਲੇ ਨੇ ਉਸ ਪੱਥਰ ਨੂੰ ਚੀਰ ਕੇ ਉਹਦੇ ਵਿੱਚੋਂ ਰੇਲ ਦੀ ਪਟੜੀ ਕੱਢ ਦਿੱਤੀ ਹੈ। ਭਾਵ ਕਿ ਉਹਨੂੰ ਤਰਾਸ਼ਿਆ ਗਿਆ, ਪੱਥਰ ਨੂੰ
ਪੱਥਰਾਂ ਨੂੰ ਪਿਛਾਂਹ ਹਟਾ ਕੇ ਪਹਾੜ ਨੂੰ ਤਰਾਸ਼ਿਆ ਗਿਆ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮਾਟੀ ਕੇ ਹਮ ਪੂਤਰੇ। ਇਹ ਸਰੀਰ ਨੂੰ ਕਹਿੰਦੇ ਇੱਕ ਮਿੱਟੀ ਦਾ ਪੁਤਲਾ ਮੰਨੋ। ਕਿਉਂ? ਕਿਉਂਕਿ ਮਿੱਟੀ ਦਾ ਪੁਤਲਾ ਤੁਸੀਂ ਆਪਣੇ ਹੱਥੋਂ ਕੋਈ ਚੀਜ਼ ਮਿੱਟੀ ਦੀ ਸੁੱਟ ਦਿਓ, ਮਿੱਟੀ ਦੀ, ਕਿਸੇ ਸਮੇਂ ਉਹਦੀ ਬਣਤਰ ਹੋਵੇਗੀ, ਉਹਦਾ ਕੋਈ ਢੰਗ ਹੋਵੇਗਾ, ਉਹਦੀ ਸ਼ਕਲ ਹੋਵੇਗੀ, ਉਹਦੀ ਸੂਰਤ ਹੋਵੇਗੀ। ਪਰ ਜਦੋਂ ਮਿੱਟੀ ਦੀ ਚੀਜ਼ ਆਪਾਂ ਜ਼ਮੀਨ ਤੇ ਸਿੱਟ ਦਿੰਦੇ ਆ, ਉਹਦਾ ਕੋਈ ਵਜੂਦ ਨਹੀਂ ਰਹਿ ਜਾਂਦਾ, ਉਹਦੀ ਕੋਈ ਹੋਂਦ ਨਹੀਂ ਰਹਿ ਜਾਂਦੀ। ਹੁਣ ਮੰਨ ਲਓ ਕਿ ਹੱਥ ਦੇ ਵਿੱਚ ਸਾਡੇ ਮਿੱਟੀ ਹੈ, ਦੂਜੇ ਪਾਸੇ ਮਿੱਟੀ ਦਾ ਢੇਰ ਹੈ। ਹੱਥ ਵਾਲੀ ਮਿੱਟੀ ਨੂੰ ਅਸੀਂ ਢੇਰ ਦੀ ਮਿੱਟੀ 'ਚ ਰਲਾ ਦਈਏ, ਕੀ ਹੱਥ ਵਾਲੀ ਮਿੱਟੀ ਆਪਾਂ ਫੇਰ ਦੁਬਾਰਾ ਕੱਢ ਲਵਾਂਗੇ? ਉਹ ਕਣ ਮਿੱਟੀ ਦੇ, ਉਹ ਮਿੱਟੀ ਅਸੀਂ ਕਦੇ ਵੀ ਨਹੀਂ ਕੱਢ ਸਕਦੇ। ਬਾਬਾ ਕਬੀਰ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਹ ਸਰੀਰ ਸਾਡਾ 5 ਤੱਤਾਂ ਤੋਂ ਬਣਿਆ ਏ। ਇਹ 5 ਤੱਤ ਆਪਾਂ ਵੀ ਜਾਣਦੇ ਹਾਂ ਕਿਹੜੇ ਨੇ? ਹਵਾ, ਪਾਣੀ, ਅਗਨੀ, ਮਿੱਟੀ। ਤੇ ਕਹਿੰਦੇ ਨੇ ਫਿਰ ਇਸ ਸਾਰੇ ਵਰਤਾਰੇ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਵਰਤਦਾ ਏ। ਇਹ 5 ਤੱਤਾਂ ਦਾ ਸਰੀਰ ਹੈ। ਇਹਨਾਂ 5 ਤੱਤਾਂ ਦੇ ਵਿੱਚ ਹੀ ਕਹਿੰਦੇ ਨੇ ਸਾਰਾ ਸੰਸਾਰ ਜਿਹੜਾ ਉਹਦੀ ਪੈਦਾਇਸ਼ ਹੈ। ਜੇਕਰ ਤੁਸੀਂ ਆਪਾਂ ਗੁਰਬਾਣੀ ਦੇ ਵਿੱਚ ਚੌਪਈ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਅੰਡਜ, ਜੇਰਜ, ਸੇਤਜ, ਭਾਵ ਕਿ ਇਹ 4 ਖਾਣੀਆਂ ਨੇ, ਅੰਡਜ, ਜੇਰਜ, ਸੇਤਜ ਤੇ ਔਤਪੁਜ। ਕੁਝ ਐਸੀਆਂ ਪ੍ਰਜਾਤੀਆਂ ਨੇ ਜਿਹੜੀਆਂ ਆਂਡੇ ਤੋਂ ਪੈਦਾ ਹੁੰਦੀਆਂ ਨੇ, ਕੁਝ ਐਸੀਆਂ ਨੇ ਕੁਝ ਜੇਰ ਤੋਂ ਪੈਦਾ ਹੁੰਦੀਆਂ ਨੇ, ਕੁਝ ਐਸੀਆਂ ਨੇ ਜੋ ਮਿੱਟੀ ਦੇ ਵਿੱਚੋਂ ਪੈਦਾ ਹੁੰਦੀਆਂ ਨੇ, ਤੇ ਕੁਝ ਐਸੀਆਂ ਨੇ ਭਾਵ ਕਿ ਜਿਹੜੇ ਸਰੀਰ ਕਰਕੇ ਪੈਦਾ ਹੁੰਦੇ ਨੇ। ਸਰੀਰ ਸਭਨਾਂ ਦਾ ਹੁੰਦਾ ਹੈ, ਪਰ ਹਾਂ ਪੈਦਾਇਸ਼ ਜਿਹੜੀ ਹੈ ਉਹ ਸਾਰਿਆਂ ਦੀ ਵੱਖੋ ਵੱਖਰੀ ਹੈ। ਇਨਸਾਨ ਦੀ ਵੱਖਰੀ ਹੈ, ਜਾਨਵਰਾਂ ਦੀ ਵੱਖਰੀ ਹੈ, ਕੀੜੇ ਮਕੌੜਿਆਂ ਦੀ ਵੱਖਰੀ ਹੈ। ਹੁਣ ਕੁਝ ਐਸੇ ਵੀ ਨੇ ਜਿਹੜੇ ਧਰਤੀ ਤੋਂ ਕੀੜੇ ਮਕੌੜੇ ਪੈਦਾ ਹੁੰਦੇ ਨੇ। ਜੇ ਮੰਨ ਲਓ ਆਪਾਂ ਆਮ ਘਰਾਂ ਦੇ ਵਿੱਚ ਵੇਖਦੇ ਹਾਂ, ਖੇਤਾਂ ਦੇ ਵਿੱਚ ਰਹਿੰਦੇ ਹਾਂ, ਜ਼ਮੀਨ ਦੇ ਥੱਲਿਓਂ ਜਿਹੜੇ ਕੀੜੇ ਨੇ ਉਹ ਤਾਂ ਨੂੰ ਆ ਰਹੇ ਹੁੰਦੇ ਨੇ, ਭਾਵ ਕਿ ਉਹ ਜ਼ਮੀਨ ਦੇ ਵਿੱਚੋਂ ਹੀ ਪੈਦਾ ਹੋਏ। ਤੇ ਕੁਝ ਐਸੇ ਵੀ ਨੇ ਜਿਹੜੇ ਜਲ ਦੇ ਵਿੱਚ ਹੀ ਪੈਦਾ ਹੁੰਦੇ ਨੇ, ਪਾਣੀ ਦੇ ਵਿੱਚ ਹੀ ਪੈਦਾ ਹੁੰਦੇ ਨੇ। ਜਿਵੇਂ ਮੱਛੀ ਲਾ ਲਓ, ਕਛੂ ਕੰਮਾ ਲਾ ਲਓ, ਭਾਵੇਂ ਕਿ ਉਹ ਜ਼ਮੀਨ ਤੇ ਵੀ ਉਹ ਚੱਲ ਸਕਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਸਾਰਿਆਂ ਦਾ ਵਜੂਦ ਜਿਹੜਾ ਏ, ਇਹ ਸਾਰੇ ਜਿੰਨੇ ਵੀ ਪੈਦਾਇਸ਼ ਹੋਏ ਨੇ ਇਹ 5 ਤੱਤਾਂ ਤੋਂ ਪੈਦਾ ਹੋਏ ਨੇ। ਤੇ ਕਹਿੰਦੇ ਨੇ ਕਬੀਰ ਮਾਟੀ ਕੇ ਹਮ ਪੂਤਰੇ, ਮਿੱਟੀ ਦੇ ਇਹ ਪੁਤਲੇ ਆ, ਮਾਨਸ ਰਾਖਿਓ ਨਾਓ। ਕਹਿੰਦੇ ਇਹ ਮਾਨਸ, ਇਹ ਸਰੀਰ ਦਾ ਨਾਂ ਰੱਖਿਆ ਗਿਆ ਏ। ਮਨੁੱਖ ਆਪਾਂ ਜਿਹਨੂੰ ਕਹਿੰਦੇ ਆ, ਮਨੁੱਖ, ਅਸੀਂ ਆਪਣੇ ਆਪ ਨੂੰ ਮਨੁੱਖ ਅਖਵਾਉਂਦੇ ਆ ਨਾ। ਬਾਬਾ ਜੀ ਕਹਿੰਦੇ ਮਾਨਸ ਰਾਖਿਓ ਨਾਓ, ਮਨੁੱਖ ਇਹਦਾ ਨਾਂ ਰੱਖਿਆ ਗਿਆ ਹੈ। ਵੈਸੇ ਆ ਜਿਹੜੀ ਬਾਹਰੀ ਘਾੜਤ ਅਸੀਂ ਵੇਖਦੇ ਹਾਂ, ਇਉਂ ਕਹਿ ਲਓ ਕਿ ਜਿਵੇਂ ਇੱਕ ਬੱਚੇ ਨੇ ਆਪਣੀ ਕਾਪੀ ਨੂੰ ਲੈਮੀਨੇਸ਼ਨ ਕਰਵਾਇਆ ਹੋਵੇ। ਅੰਦਰ ਸਾਡੇ ਜੋ ਵੀ ਹੈ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਖੂਨ ਵੀ ਹੈ, ਮਿੱਝ ਵੀ ਹੈ, ਹੱਡੀਆਂ ਵੀ ਹੈ, ਚੰਮ ਵੀ ਹੈ, ਸਾਰਾ ਕੁਝ ਅੰਦਰ ਹੈ। ਪਰ ਇਸ ਸਾਰੇ ਢਾਂਚੇ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਨੇ ਇਸ ਚਮੜੀ ਦੀ ਜਿਹੜੀ ਉਹ ਲੈਮੀਨੇਸ਼ਨ ਕੀਤੀ ਹੈ। ਇੱਕ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ, ਉਹ ਕਹਿੰਦਾ ਇੱਕ ਕਾਰੀਗਰ ਹੈ, ਲੱਕੜ ਦਾ ਕਾਰੀਗਰ। ਤੇ ਲੱਕੜ ਦਾ ਕਾਰੀਗਰ ਜਿਵੇਂ ਆਪਾਂ ਜਾਣਦੇ ਹਾਂ, ਲੱਕੜ ਪਹਿਲਾਂ ਸਿੱਧੀ ਉਹ ਦਰਖਤ ਜਿਹੜਾ ਹੈ, ਭਾਵ ਕਿ ਉਹਨੂੰ ਕੱਟਿਆ ਜਾਂਦਾ ਹੈ, ਫਿਰ ਉਹਦੇ ਤੇ ਰੰਦਾ ਫੇਰਿਆ ਜਾਂਦਾ ਹੈ, ਵੱਢਿਆ ਜਾਂਦਾ ਹੈ, ਉਹਦੀ ਸਫਾਈ ਕੀਤੀ ਜਾਂਦੀ ਹੈ, ਫਿਰ ਜਾ ਕੇ ਉਹਦੇ ਵਿੱਚੋਂ
ਫਰਨੀਚਰ ਆਪਾਂ ਤਿਆਰ ਕਰਦੇ ਆ। ਹੁਣ ਸਿੱਧੀ ਜਿਹੜੀ ਦਰਖਤ ਲੱਕੜ ਹੈ ਉਹ ਸਿੱਧਾ ਲਿਆ ਕੇ ਅਸੀਂ ਉਹਦਾ ਫਰਨੀਚਰ ਨਹੀਂ ਤਿਆਰ ਕਰ ਸਕਦੇ, ਬੈੱਡ ਨਹੀਂ ਲਾ ਸਕਦੇ। ਉਹਦਾ ਇੱਕ ਪ੍ਰੋਸੈਸ ਹੈ, ਉਹਨੂੰ ਆਰੇ ਤੇ ਲੈ ਕੇ ਜਾਇਆ ਜਾਵੇਗਾ, ਉਹਦੇ ਵਿੱਚੋਂ ਫੱਟੇ ਕੱਢੇ ਜਾਣਗੇ, ਉਹਦੀ ਬਾਹਰੀ ਦਿਖ ਭਾਵ ਕੇ ਬਾਹਰੀ ਜਿਹੜੀ ਖੱਲ ਹੈ, ਜਿਹੜੀ ਉਹਦੀ ਉੱਪਰਲੀ ਪਰਤ ਹੈ, ਉਹਨੂੰ ਹਟਾਇਆ ਜਾਵੇਗਾ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਨਸਾਨ ਦੇ ਬਾਹਰੀ ਰੂਪ ਦੇ ਵਿੱਚ ਵੀ ਪਰਮਾਤਮਾ ਨੇ ਇਹ ਰੰਦਾ ਫੇਰਿਆ ਹੋਇਆ ਹੈ, ਭਾਵ ਇਹ ਚਮੜੀ ਦਾ ਰੰਦਾ ਫੇਰਿਆ ਹੋਇਆ ਹੈ। ਤੇ ਜੇ ਇੰਨਾ ਕੁਝ ਵਾਹਿਗੁਰੂ ਪਰਮਾਤਮਾ ਜੀ ਨੇ ਕੀਤਾ ਹੈ, ਫਿਰ ਵੀ ਇਨਸਾਨ ਬੰਦਗੀ ਨਾ ਕਰੇ, ਤੇ ਉਹਨੇ ਆਖਿਆ ਕਿ ਇਹ ਗੰਦਗੀ ਤੋਂ ਵੀ ਗੰਦਾ ਹੈ, ਭਾਵ ਕਿ ਵਿਸ਼ਟਾ ਤੋਂ ਵੀ ਗੰਦਾ ਹੈ। ਇਨਸਾਨ ਦੇ ਪਰਮਾਤਮਾ ਦਾ ਇੰਨਾ ਕੁਝ ਦਿੱਤਿਆਂ ਹੋਇਆਂ ਵੀ ਸ਼ੁਕਰਾਨਾ ਨਾ ਕਰੇ। ਤੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮਾਟੀ ਕੇ ਹਮ ਪੂਤਰੇ, ਮਿੱਟੀ ਤੋਂ ਪੈਦਾ ਹੋਏ ਆ ਤੇ ਮਿੱਟੀ ਦੇ ਵਿੱਚ ਹੀ ਅੰਦਰੋਂ ਅਸੀਂ ਇਸ ਸੰਸਾਰ ਦੇ ਵਿੱਚ ਮਿੱਟੀ ਦੇ ਵਿੱਚ ਹੀ ਫਿਰ ਰਲ ਜਾਣਾ ਹੈ। ਕਿਉਂ? ਕਿਉਂਕਿ ਜਿਵੇਂ ਇਹ ਉਦਾਹਰਣ ਆਮ ਦਿੱਤੀ ਜਾਂਦੀ ਹੈ ਕਿ ਜਿਸ ਸਮੇਂ ਲੱਕੜ ਨੂੰ ਕੱਟਿਆ ਜਾਂਦਾ ਹੈ, ਵੱਢਿਆ ਜਾਂਦਾ ਹੈ, ਕੁਝ ਐਸੇ ਹੁੰਦੇ ਨੇ ਜਿਨ੍ਹਾਂ ਤੋਂ ਫਰਨੀਚਰ ਪ੍ਰਾਪਤ ਹੁੰਦਾ ਹੈ ਲੱਕੜ ਦੇ ਵਿੱਚੋਂ, ਤੇ ਕੁਝ ਐਸੀ ਲੱਕੜ ਹੁੰਦੀ ਹੈ ਜਿਹਨੂੰ ਬਾਲ ਦਿੱਤਾ ਜਾਂਦਾ ਹੈ, ਸਾੜ ਦਿੱਤਾ ਜਾਂਦਾ ਹੈ। ਸਾੜ ਕੇ ਕਹਿੰਦੇ ਨੇ ਕਿ ਫਿਰ ਉਹਦੇ ਕੋਲੇ ਬਣਾਏ ਜਾਂਦੇ ਨੇ। ਸੜੀ ਹੋਈ ਲੱਕੜ ਦੇ ਕੋਲੇ ਵੀ ਕੰਮ ਆ ਜਾਂਦੇ ਨੇ। ਜਿਹੜੀ ਗਲੀ ਹੋਈ ਲੱਕੜ ਹੁੰਦੀ ਹੈ ਨਾ, ਭਾਵ ਕਿ ਜਿਹੜਾ ਮਿਸਤਰੀ ਆਖ ਦਵੇ, ਆਰੇ ਵਾਲਾ ਆਖ ਦਵੇ ਵੀ ਇਹਦੇ ਵਿੱਚੋਂ ਫਰਨੀਚਰ ਨਹੀਂ ਤੁਸੀਂ ਤਿਆਰ ਕਰ ਸਕਦੇ, ਉਹ ਕਹਿੰਦੇ ਭਾਈ ਫਰਨੀਚਰ ਨਹੀਂ ਤਿਆਰ ਕਰ ਸਕਦੇ, ਇਹਨੂੰ ਅਸੀਂ ਵਰਤੋਂ ਵਿੱਚ ਲੈ ਕੇ ਆ ਸਕਦੇ ਹਾਂ। ਕਿਵੇਂ? ਉਹਨੂੰ ਬਾਲ ਦਿੱਤਾ ਜਾਂਦਾ ਹੈ, ਲੱਕੜ ਨੂੰ ਬਾਲ ਕੇ ਉਹਦੇ ਵਿੱਚੋਂ ਕੋਲੇ ਤਿਆਰ ਕੀਤੇ ਜਾਂਦੇ ਨੇ। ਕੋਲੇ ਤਿਆਰ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਫਿਰ ਉਹਨਾਂ ਕੋਲਿਆਂ ਨੂੰ ਤਪਾਇਆ ਜਾਂਦਾ ਹੈ। ਫਿਰ ਉਸ ਕੋਲੇ ਤੋਂ ਵੀ ਇੱਕ ਕੰਮ ਲਿਆ ਜਾਂਦਾ ਹੈ, ਭਾਵ ਕਿ ਉਹਨੂੰ ਤੰਦੂਰ ਦੇ ਵਿੱਚ ਬਾਲ ਦਿੱਤਾ ਜਾਂਦਾ ਹੈ। ਇਹਨਾਂ ਸਭ ਕੁਝ ਕਰਨ ਦੇ ਤੋਂ ਬਾਅਦ ਫਿਰ ਉਹ ਜਿਹੜੇ ਕੋਲੇ ਕੀ ਹੋ ਗਏ? ਸਵਾਹ ਬਣ ਗਏ। ਸਵਾਹ ਨੂੰ ਕਿੱਥੇ ਸੁੱਟ ਆਉਂਦੇ ਨੇ? ਜ਼ਮੀਨ ਤੇ ਸੁੱਟ ਆਓ, ਭਾਵ ਕਿਸੇ ਐਸੀ ਜਗ੍ਹਾ ਤੇ ਸੁੱਟ ਆਓ, ਇਹ ਹੁਣ ਸਾਡੀ ਵਰਤੋਂ ਵਿੱਚ ਨਹੀਂ। ਪੈਦਾਇਸ਼ ਦਰਖਤ ਦੀ ਜਿਹੜੀ ਸੀ, ਲੱਕੜ ਦੀ ਜਿਹੜੀ ਸੀ, ਉਹ ਜ਼ਮੀਨ ਤੋਂ ਹੀ ਹੋਈ, ਭਾਵ ਜੇ ਬੀਜ ਬੀਜਿਆ ਫਿਰ ਹੀ ਉਹ ਪੌਦਾ ਬਣਿਆ, ਦਰਖਤ ਬਣਿਆ, ਲੱਕੜ ਘੜੀ ਗਈ, ਫਿਰ ਉਹ ਲੱਕੜ ਕੋਲੇ ਦੇ ਰੂਪ ਵਿੱਚ ਬਾਲ ਕੇ ਫਿਰ ਕੀਤੀ ਗਈ। ਕੋਲਾ ਕਹਿੰਦੇ ਕੋਲੇ ਤੋਂ ਵੀ ਕੰਮ ਲਿਆ ਗਿਆ, ਹੁਣ ਇਹਦੀ ਸਵਾਹ ਬਣ ਗਈ, ਕਿੱਥੇ ਸੁੱਟਾਓ? ਮਿੱਟੀ 'ਚ ਮਿਲਾਓ, ਭਾਵ ਕਿ ਸੁੱਟਾਓ ਬਾਹਰ, ਇਹ ਵਰਤੋਂ ਵਿੱਚ ਨਹੀਂ ਰਿਹਾ। ਹੁਣ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਹ ਸਰੀਰ ਪੰਜਾਂ ਤੱਤਾਂ ਤੋਂ ਇਹ ਬਣਿਆ ਸਰੀਰ। ਕਹਿੰਦੇ ਨੇ ਗੁਰਬਾਣੀ ਦੇ ਵਿੱਚ ਇਹ ਬਿਆਨ ਪਾਤਸ਼ਾਹ ਜੀ ਨੇ ਹੁਕਮ ਦਿੱਤਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਕਹਿੰਦੇ ਨੇ ਕਿ ਉਹ ਪੈਦਾਇਸ਼ ਇਨਸਾਨ ਦੀ ਹੋਈ ਤੇ ਫਿਰ ਕਹਿੰਦੇ ਇਹ ਸੰਸਾਰ ਦੇ ਉੱਤੇ ਆਇਆ, ਜੀਵਨ ਬਤੀਤ ਕੀਤਾ। ਬਚਪਨ ਸੀ, ਬਚਪਨ ਗਿਆ, ਜਵਾਨੀ ਆਈ, ਜਵਾਨੀ ਗਈ, ਬੁਢੇਪਾ ਆਇਆ, ਬੁਢੇਪੇ ਤੋਂ ਬਾਅਦ ਜਮ ਕਾਲ ਮੌਤ। ਕਹਿੰਦੇ ਮੌਤ ਤੋਂ ਬਾਅਦ ਕੀ ਹੋਇਆ? ਖਾਕ ਬਣ ਗਿਆ। ਪਹਿਲਾਂ ਵੀ ਖਾਕ ਸੀ। ਸਾਡਾ ਸਰੀਰ ਅਸਲ ਦੇ ਵਿੱਚ ਓਨਾ ਚਿਰ ਚੱਲਦਾ ਹੈ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਾਹ ਨਹੀਂ। ਸਾਹ ਖਤਮ ਹੋ ਗਏ ਤੇ ਸਰੀਰ ਮਿੱਟੀ ਹੈ। ਆਪਾਂ ਆਮ ਹੀ ਬੋਲ ਦਿੰਦੇ ਆ, ਅੱਜ ਮੇਰਾ ਸਰੀਰ ਮਿੱਟੀ ਜਿਹਾ ਜਾਪਦਾ ਹੈ, ਭਾਵ ਕਿ ਕੰਮ ਕਰਨ ਨੂੰ ਮਨ ਨਹੀਂ ਕਰਦਾ, ਮਿੱਟੀ ਹੋਇਆ ਪਿਆ ਸਰੀਰ। ਇਹਦਾ ਮਤਲਬ ਕਿ ਸਾਡਾ ਸਰੀਰ ਦਾ ਮਿੱਟੀ ਦੇ ਨਾਲ ਕੋਈ ਨਾ ਕੋਈ ਸੰਬੰਧ ਹੈ, ਕੋਈ ਨਾ ਕੋਈ ਸਾਡੀ ਮਿੱਟੀ ਦੇ ਨਾਲ ਖਿੱਚ ਹੈ। ਇਸੇ ਕਰਕੇ ਜਦੋਂ ਅੰਤ ਸਮੇਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ, ਉਸ ਚੀਜ਼ ਭਾਵ ਕਿ ਇਹ ਭਾਵੇਂ ਸਰੀਰ ਜਿਹੜਾ ਹੈ, ਪਈਆਂ ਹੋਈਆਂ ਲੱਕੜਾਂ ਜਿਹੜੀਆਂ ਨੇ ਉਹ ਕੀ ਬਣ ਜਾਂਦੀਆਂ? ਸਵਾਹ। ਤੇ ਫਿਰ ਕਹਿੰਦੇ ਇਹਨੂੰ ਸੁੱਟ ਆਓ। ਸੁੱਟਣ ਤੋਂ ਭਾਵ ਕਿ ਇਹਨੂੰ ਵਗਦੇ ਹੋਏ ਪਾਣੀ ਦੇ ਵਿੱਚ ਵਹਾ ਦਿਓ। ਹੁਣ ਉਹ ਵਗਦਾ ਹੋਇਆ ਪਾਣੀ ਹੋ ਸਕਦਾ ਹੈ ਕਿਤੇ ਜਾ ਕੇ ਅਗਲੇ ਪਾਸੇ ਕਿਸੇ ਦੇ ਖੇਤਾਂ ਦੇ ਵਿੱਚ ਜਾਂਦਾ ਹੋਵੇਗਾ। ਸਮੁੰਦਰ ਦਾ ਪਾਣੀ ਜਿਹੜਾ ਹੈ, ਦਰਿਆਵਾਂ ਦਾ ਪਾਣੀ, ਉਹ ਖਲੋਤਾ ਨਹੀਂ ਰਹਿੰਦਾ।
ਕਿਉਂਕਿ ਜੇਕਰ ਸਮੁੰਦਰ ਆਪਾਂ ਤੱਕਦੇ ਹਾਂ, ਝਰਨਿਆਂ ਦਾ ਪਾਣੀ ਨਦੀਆਂ ਦੇ ਵਿੱਚ, ਨਦੀਆਂ ਦਾ ਪਾਣੀ ਦਰਿਆਵਾਂ ਦੇ ਵਿੱਚ, ਦਰਿਆਵਾਂ ਦਾ ਪਾਣੀ ਸਮੁੰਦਰਾਂ ਦੇ ਵਿੱਚ। ਹੁਣ ਸਮੁੰਦਰਾਂ ਦਾ ਪਾਣੀ ਕਿੱਥੇ ਜਾਂਦਾ ਹੈ? ਸਮੁੰਦਰ ਦਾ ਪਾਣੀ ਕਦੇ ਖਲੋਤਾ ਨਹੀਂ ਰਹਿੰਦਾ। ਸਮੁੰਦਰ ਦੇ ਵਿੱਚੋਂ ਹੀ ਕਈ ਪ੍ਰਕਾਰ ਦੇ ਹੋਰ ਦਰਿਆ, ਦਰਿਆਵਾਂ ਦੇ ਵਿੱਚੋਂ ਹੋਰ ਨਹਿਰਾਂ, ਤੇ ਨਹਿਰਾਂ ਚੋਂ ਕਹਿੰਦੇ ਫਿਰ ਇਹ ਬੱਦਲ, ਭਾਵ ਕਿ ਜਦੋਂ ਇਹ ਹਵਾ ਚੱਲਦੀ ਹੈ ਨਾ, ਇਹ ਪਾਣੀ ਕਹਿੰਦੇ ਨੇ ਕਿ ਫਿਰ ਬੱਦਲ ਦੇ ਰੂਪ ਦੇ ਵਿੱਚ ਤਾਂ ਨੂੰ ਚਲਿਆ ਜਾਂਦਾ ਹੈ, ਫਿਰ ਬਾਰਿਸ਼ ਪੈਂਦੀ ਹੈ। ਉਹ ਸਰੀਰ ਦੀ ਸਵਾਹ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਸੁੱਟ ਦਿੱਤੀ, ਉਹ ਕਿਤੇ ਨਾ ਕਿਤੇ ਫਿਰ ਉਹ ਮਿੱਟੀ ਦੇ ਵਿੱਚ ਹੀ ਆਣ ਮਿਲਣੀ ਹੈ। ਹੋ ਸਕਦਾ ਹੈ ਉਹ ਪਾਣੀ ਕਿਸੇ ਦੀ ਜ਼ਮੀਨ ਤੇ ਜਾਂਦਾ ਹੋਵੇ, ਜ਼ਮੀਨ ਦੇ ਵਿੱਚ ਜਾਂਦਾ ਹੋਵੇ, ਤੇ ਜਿਹਦੀ ਜ਼ਮੀਨ ਦੇ ਵਿੱਚ ਜਾਂਦਾ ਹੈ ਇਹ ਸਾਰਾ ਕੁਝ ਉਹ ਜ਼ਮੀਨ ਦੇ ਵਿੱਚ ਹੀ ਜਾਵੇਗਾ। ਅੱਜ ਵੈਸੇ ਇਹ ਪੰਜਾਬ ਨਹੀਂ ਇਕੱਲੀ ਗੱਲ, ਇਹ ਸਾਰੇ ਬ੍ਰਹਿਮੰਡ ਦੀ ਗੱਲ ਹੈ, ਸਾਰੀ ਸ੍ਰਿਸ਼ਟੀ ਦੀ ਗੱਲ ਹੈ। ਪਾਣੀ ਗੰਦਲਾ ਹੋ ਗਿਆ। ਪਹਿਲਾਂ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਮੰਨਣ ਵਾਲੇ ਅੱਜ ਵੀ ਮੰਨਦੇ ਨੇ ਕਿ ਪਾਣੀ ਬੜਾ ਪਵਿੱਤਰ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੀਆਂ ਫੈਕਟਰੀਆਂ, ਜਿੰਨੇ ਕੈਮੀਕਲ ਇਹਨਾਂ ਦੇ ਵਿੱਚੋਂ ਨਿਕਲਦੇ ਨੇ, ਸਾਰੇ ਪਾਣੀ ਦੇ ਵਿੱਚ ਹੀ ਮਿਲਦੇ ਨੇ। ਪਾਣੀ ਨੂੰ ਦੂਸ਼ਿਤ ਕੀਤਾ ਜਾਂਦਾ ਹੈ। ਖੈਰ ਇਹ ਵਿਸ਼ਾ ਵੱਖਰਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਮਾਟੀ ਕੇ ਹਮ ਪੁੱਤਰੇ, ਕਬੀਰ ਮਾਟੀ ਦੇ ਅਸੀਂ ਪੁੱਤਲੇ ਹਾਂ, ਮਾਨਸ ਰਾਖਿਓ ਨਾਓ, ਮਾਨਸ ਨਾ ਰੱਖਿਆ ਗਿਆ ਹੈ। 4 ਦਿਵਸ ਕੇ ਪਾਹੁਨੇ, ਸਾਡਾ ਜਿਹੜਾ ਸਰੀਰ ਹੈ, ਸਾਹ ਜਿੰਨੇ ਕੁ ਮਾਲਕ ਨੇ ਲਿਖੇ ਨੇ, 4 ਦਿਵਸ ਕੇ ਪਾਹੁਨੇ, ਪਾਹੁਨੇ ਤੋਂ ਭਾਵੇਂ ਕਿ ਪ੍ਰਾਹੁਣਾ। ਜਿਵੇਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਂਦਾ ਏ, ਗੈਸਟ ਆਉਂਦਾ ਏ, ਉਹ ਜ਼ਿਆਦਾ ਚਿਰ ਨਹੀਂ ਰਹਿੰਦਾ, ਜ਼ਿਆਦਾ ਟਾਈਮ ਨਹੀਂ ਰਹਿੰਦਾ। ਕਿਉਂ? ਕਿਉਂਕਿ ਉਹਨੂੰ ਪਤਾ ਮੈਂ ਵਾਪਸ ਆਪਣੇ ਘਰ ਆਇਆ ਜਾਣਾ ਏ। ਉਹਨੂੰ ਘਰ ਦੀ ਖਿੱਚ ਹੈ, ਪਿੱਛੇ ਦੀ ਖਿੱਚ ਹੈ। 4 ਦਿਵਸ ਕੇ ਪਾਹੁਣੇ, ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਉੱਤੇ ਇਨਸਾਨ 4 ਦਿਨਾਂ ਦਾ ਮਹਿਮਾਨ ਹੈ, 4 ਦਿਨਾਂ ਦਾ ਪ੍ਰਾਹੁਣਾ ਹੈ। ਵੱਡ ਵੱਡ ਰੁੰਦੇ ਥਾਂ, ਪਰ ਕਹਿੰਦੇ ਨੇ ਕਿ ਇਹ ਆਪਣੇ ਆਪ ਨੂੰ ਵੱਡਾ ਵੱਡਾ ਅਖਵਾਰਿਆ ਹੈ, ਆਪਣੇ ਆਪ ਨੂੰ ਇਹ ਕਹਿ ਰਿਹਾ ਮੈਂ ਇਸ ਜ਼ਮੀਨ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਵਾਂ, ਇਹ ਵੀ ਮਲਕੀਅਤ ਮੇਰੇ ਕੋਲ ਹੋ ਜਾਵੇ, ਇਹਦੀ ਰਜਿਸਟਰੀ ਵੀ ਮੈਂ ਕਰਵਾ ਲੈਣਾ। ਵੇਖੋ, ਪ੍ਰਾਪਰਟੀ ਬਣਾਉਣਾ ਕੋਈ ਮਾੜੀ ਗੱਲ ਨਹੀਂ। ਜਿਵੇਂ ਇੱਕ ਸੁਹਾਗਣ ਆਪਣੇ ਪਤੀ ਦੇ ਗੁਣ ਗਾਉਂਦੀ ਹੈ, ਉਹਦਾ ਹੱਕ ਹੈ ਗਾਉਣਾ, ਉਹ ਗਾ ਸਕਦੀ ਹੈ। ਅਸੀਂ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਗੁਣ ਗਾਉਂਦੇ ਹਾਂ, ਸਾਡਾ ਹੱਕ ਹੈ, ਅਸੀਂ ਗਾ ਸਕਦੇ ਹਾਂ। ਭਾਵੇਂ ਅਸੀਂ ਜੀਵ ਰੂਪ ਇਸਤਰੀਆਂ ਨੇ, ਪ੍ਰਮਾਤਮਾ ਸਾਡਾ ਖਸਮ ਹੈ, ਅਸੀਂ ਗਾ ਸਕਦੇ ਹਾਂ। ਇਸੇ ਤਰ੍ਹਾਂ ਭਾਈ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਮੇਰੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸਨ, ਤੇ ਸਤਿਗੁਰੂ ਜੀ ਨੇ ਆਖਤਾ ਸੀ, ਸਿੱਖੋ ਜਿੱਥੇ ਤੁਸੀਂ ਚੰਗੇ ਚੰਗੇ ਪਦਾਰਥ ਲੈ ਕੇ ਆਉਂਦੇ, ਭੇਟਾਵਾਂ ਲੈ ਕੇ ਆਉਂਦੇ, ਅੱਜ ਤੋਂ ਬਾਅਦ ਤੁਸੀਂ ਚੰਗੇ ਚੰਗੇ ਸ਼ਸਤਰ ਵੀ ਲੈ ਕੇ ਆਉਣੇ ਨੇ। ਭਾਵ ਕਿ ਗੁਰੂ ਨੇ ਸ਼ਸਤਰ ਧਾਰੀ ਵੀ ਬਣਾਇਆ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਿਆਨ ਕੀਤਾ, ਭਾਈ ਕਿਸੇ ਨੇ ਇਸ ਧਰਤੀ ਤੇ ਰਹਿਣ ਦੇ ਲਈ, ਭਾਵ ਕਿ ਉਹ ਆਪਣੇ ਤੌਰ ਤੇ ਜਿੰਨੇ ਰਹਿਣਾ ਏ, ਉਹਨੂੰ ਤੇ ਕੁਝ ਨਾ ਕੁਝ ਜਿਹੜਾ ਹੈ ਉਹ 3 ਚੀਜ਼ਾਂ ਜ਼ਰੂਰੀ ਨੇ। ਇੱਕ ਜੁੱਲੀ, ਕੁੱਲੀ ਤੇ ਗੁੱਲੀ, ਭਾਵ ਖਾਣ ਨੂੰ, ਰਹਿਣ ਨੂੰ ਤੇ ਪਹਿਨਣ ਨੂੰ। ਇਹ 3 ਚੀਜ਼ਾਂ ਸੰਸਾਰ ਦੇ ਵਿੱਚ ਜ਼ਰੂਰੀ ਨੇ। ਖੈਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਇਹ ਮਿੱਟੀ ਦਾ ਪੁਤਲਾ ਏ, ਮਾਨਸੇ ਦਾ ਨਾਂ ਰੱਖ ਦਿੱਤਾ, 4 ਦਿਨਾਂ ਦਾ ਮਹਿਮਾਨ ਹੈ, ਵੱਡ ਵੱਡ ਰੁੰਦੇ ਥਾਂ, ਇਹ ਵੱਡੀਆਂ ਵੱਡੀਆਂ ਮੱਲਾਂ ਮਾਰੀ ਫਿਰਦਾ ਏ। ਇਹ ਕਹਿ ਰਿਹਾ ਮੇਰੇ ਕੋ ਆ ਵੀ ਆ ਜਾਵੇ, ਆ ਵੀ ਆ ਜਾਵੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹਨਾਂ ਮੱਲਾਂ ਮਾਰ, ਭਾਵ ਕਿ ਜਿੰਨੀਆਂ ਤੂੰ ਮੱਲਾਂ ਮਾਰ ਰਿਹਾ ਏ, ਜਿੰਨਾ ਤੂੰ ਕਹਿ ਰਿਹਾ ਮੇਰੇ ਕੋ ਆ ਵੀ ਆ ਜੇ, ਆ ਵੀ ਇਕੱਠਾ ਆ ਜਾਵੇ, ਇਹ ਪਸਾਰੇ ਨੂੰ ਇਕੱਠੇ ਕਰਨ ਦੇ ਨਾਲ ਕਹਿੰਦੇ ਪ੍ਰਮਾਤਮਾ ਤੇਰੇ ਸਹਾਈ ਨਹੀਂ ਹੋਵੇਗਾ। ਪ੍ਰਮਾਤਮਾ ਜੀ ਦਾ ਨਾਮ ਜਪ, ਇਹ ਚੀਜ਼ਾਂ ਤੇਰੇ ਮਗਰ ਮਗਰ ਤੁਰੀਆਂ ਫਿਰਨਗੀਆਂ।
ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ, ਇਹਨਾਂ ਚੀਜ਼ਾਂ ਨੇ ਤੇ ਤੇਰੇ ਮਗਰ ਮਗਰ ਫਿਰਨਾ। ਆਓ ਬਾਬਾ ਕਬੀਰ ਸਾਹਿਬ ਜੀ ਦੇ ਇਸ ਬਚਨ ਨੂੰ ਆਪਣੇ ਹਿਰਦੇ ਤੇ ਵਸਾਉਣ ਦਾ ਯਤਨ ਕਰੀਏ। ਇੱਕ ਸ਼ਲੋਕ ਦੀ ਵਿਚਾਰ ਆਪਾਂ ਅੱਜ ਸਰਵਣ ਕੀਤੀ ਹੈ, ਰਹਿੰਦੇ ਹੋਏ ਸ਼ਲੋਕਾਂ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਉੱਤੇ ਮਾਲਕ ਜੀ ਮਿਹਰ ਭਰਿਆ ਹੱਥ ਰੱਖਣ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।